ਸਪੈਸ਼ਲੀ ਜਦੋਂ ਤੁਸੀਂ ਇਲੈਕਸ਼ਨ ਹਾਰਦੇ ਨਾ, ਇਲੈਕਸ਼ਨ ਜਦੋਂ ਤੁਸੀਂ ਹਾਰਦੇ ਹੋ ਤੁਹਾਡੇ ਇਕੱਲੇ ਚੀਜ਼ ਤੇ ਕੁਐਸਚਨ ਆਉਣ ਲੱਗ ਜਾਂਦਾ। ਜੇ ਤੁਸੀਂ ਜਿੱਤਦੇ ਆ ਫਿਰ ਸਭ ਕੁਝ ਠੀਕ ਆ, ਵੈਕਸੀਨ ਆ ਗਈ, ਅਸੀਂ ਕਹਿੰਦੇ ਵੀ ਤੁਸੀਂ ਲਵਾਓ। ਪਰ ਠੀਕ ਆ, ਆਪਣੇ ਕੰਟਰੀ ਦੇ ਵਿੱਚ ਕੁਝ ਲੋਕ ਹੈਗੇ ਜਿਹਨੇ ਨਹੀਂ ਲਵਾਉਂਦੇ, ਉਹਨਾਂ ਦੇ ਲਈ ਵਿਊਜ਼ ਤਾਂ ਸੁਣਨੇ ਚਾਹੀਦੇ ਵੀ ਕਾਹਤੋਂ ਨਹੀਂ ਲਵਾ ਰਹੇ ਜਾਂ ਕੀ ਉਹਨਾਂ ਦੇ ਇਸ਼ੂਜ਼ ਨੇ। ਲੋਕਾਂ ਨੇ ਗਲਤ ਕੀਤਾ, ਉਹਨਾਂ ਨੂੰ ਗਲਤ ਕਹੋ, ਜਿੱਥੇ ਗਲਤ ਆ ਗਲਤ ਕਹਿਣਾ ਚਾਹੀਦਾ, ਪਰ ਦੂਜੇ ਦੀ ਥੋੜੀ ਗੱਲ ਸੁਣ ਲਓ ਕਿ ਇਹ ਜਿਹੜੇ ਇਸ਼ੂ ਆ ਰਿਜ਼ੋਲਵ ਕਰਨ ਵਾਲੇ ਪੈਂਦਾ, ਕਈ ਵਾਰੀ ਡਿਪਲੋਮੈਟਿਕਲੀ ਤੁਹਾਨੂੰ ਕਰਨਾ ਪੈਂਦਾ, ਨਾ ਕਿ ਤੁਸੀਂ ਹਰੇਕ ਚੀਜ਼ ਨੂੰ ਥੋੜੀ ਵੋਟਾਂ ਲੈਣ ਦੀ ਟਰਾਈ ਕਰੋ। ਕਾਰਬਨ ਟੈਕਸ ਹੋਰ April 1 ਨੂੰ ਕਾਰਬਨ ਟੈਕਸ ਵੱਧ ਜਾਣਾ, ਤੁਹਾਡੀ ਹੀਟਿੰਗ ਕਾਸਟ ਵੱਧ ਜਾਣੀ ਆ, ਹਰੇਕ ਚੀਜ਼ ਕਾਰਬਨ ਟੈਕਸ ਤੇ ਵੱਧ ਜਾਣੀ ਆ, ਗੈਸਲੀਨ ਤੇ ਵੀ। ਸੋ ਸਾਰਾ ਕੁਝ ਵੱਧ ਰਿਹਾ, ਉੱਤੋਂ ਦੀ ਤੁਹਾਡੇ ਮੋਰਗੇਜ ਰੇਟ ਵਧਣਗੇ ਬਿਕਾਜ਼ ਇੰਟਰਸਟ ਰੇਟ ਵੱਧ ਗਿਆ। ਉਹ ਸਾਰਾ ਪ੍ਰੈਸ਼ਰ ਇੱਕ ਬੋਝ ਕਰੋ ਆਪਣੇ ਕੈਨੇਡੀਅਨਸ ਤੇ ਜਾ ਰਿਹਾ। ਪੈਂਡੇਮਿਕ ਸ਼ੁਰੂ ਹੋਇਆ ਸੀ, ਉਦੋਂ ਆਪਾਂ ਗੱਲ ਕਰਦੇ ਸੀ ਵੀ ਹਸਪੀਟਲ ਕੈਪੈਸਿਟੀ ਹੋਣੀ ਚਾਹੀਦੀ ਆ, ਰੈਪਿਡ ਟੈਸਟਿੰਗ ਹੋਣੇ ਚਾਹੀਦੇ ਨੇ, PPE ਹੋਣਾ ਚਾਹੀਦਾ, ਇਹ ਚੀਜ਼ਾਂ ਚਾਹੀਦੀਆਂ ਹੋਣੀਆਂ ਚਾਹੀਦੀਆਂ। ਹੁਣ 2 ਸਾਲ ਲੰਘ ਕੇ ਹੱਲੇ ਵੀ ਆਪਾਂ ਉਹੀ ਗੱਲਾਂ ਕਰੀ ਜਾਂਦੇ ਆ ਵੀ ਹਸਪੀਟਲ ਕੈਪੈਸਿਟੀ ਹੋਣੀ ਚਾਹੀਦੀ ਆ, ਰੈਪਿਡ ਟੈਸਟ ਮਿਲਣੇ ਚਾਹੀਦੇ ਆ। ਪੰਜਾਬੀ ਨੈਸ਼ਨਲ ਟੈਲੀਵਿਜ਼ਨ ਤੇ ਪ੍ਰੋਗਰਾਮ ਬਿਯੋਂਡ ਦੀ ਹੈਡਲਾਈਨਸ ਸੁਰਖੀਆਂ ਦੇ ਆਰ-ਪਾਰ ਲੈ ਕੇ ਹਾਜ਼ਰ ਹਾਂ ਜੀ। ਮਨਜੀਤ ਸਿੰਘ ਫਿਰਮਨ ਵੱਲੋਂ ਆਪ ਜੀ ਨੂੰ ਪਿਆਰ, ਅਦਬ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ। ਦੋਸਤੋ, ਅੱਜ ਦੇ ਇਸ ਪ੍ਰੋਗਰਾਮ ਵਿੱਚ ਕੈਨੇਡਾ ਦੀ ਫੈਡਰਲ ਪੋਲਿਟਿਕਸ ਨਾਲ ਸੰਬੰਧਿਤ ਕੁਝ ਸੁਰਖੀਆਂ ਉੱਪਰ ਝਾਤ ਮਾਰਾਂਗੇ। ਸਾਡੇ ਸਟੂਡੀਓ ਵਿੱਚ ਗੱਲਬਾਤ ਕਰਨ ਲਈ ਉਚੇਚੇ ਤੌਰ ਤੇ ਪਹੁੰਚੇ ਨੇ ਕੰਜ਼ਰਵੇਟਿਵ ਪਾਰਟੀ ਦੇ ਮੈਂਬਰ ਪਾਰਲੀਮੈਂਟ ਸਰਦਾਰ ਟਿਮ ਉੱਪਲ, ਜਿਹੜੇ ਕਿ ਐਡਮਿੰਟਨ ਮਿਲਵੁਡਸ ਨੂੰ ਰਿਪਰੈਜ਼ੈਂਟ ਕਰਦੇ ਨੇ। ਆਓ ਜੀ ਇਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਭਾਜੀ ਜੀ ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਤੇ ਭਾਜੀ, ਸਭ ਤੋਂ ਪਹਿਲੀ ਜਿਹੜੀ ਖਬਰ ਆ, ਕਾਫੀ ਵੱਡੀ ਖਬਰ ਆ, ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਰਿਵਿਊ ਹੋਇਆ। ਹਾਂਜੀ। ਔਰ ਉਸ ਰਿਵਿਊ ਦੇ ਵਿੱਚ ਜਿਹੜੀਆਂ ਵੋਟਿੰਗ ਪਈਆਂ, 118 ਮੈਂਬਰ ਪਾਰਲੀਮੈਂਟ ਜਿਹੜੇ ਆ ਉਹਨਾਂ ਨੇ ਸ਼ਿਰਕਤ ਕੀਤੀ ਔਰ 73 MP ਜਿਹੜੇ ਸੀਗੇ ਉਹ ਐਰੀਨ ਓਟੂਲ ਜੀ ਦੇ ਖਿਲਾਫ ਭੁਗਤੇ, ਜਦਕਿ 45 ਮੈਂਬਰ ਜਿਹੜੇ ਆ ਉਹਨਾਂ ਦੇ ਹੱਕ ਵਿੱਚ ਭੁਗਤੇ। ਸੋ ਇਹ ਜਿਹੜਾ ਰਿਵਿਊ ਆ, ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ? ਕਿੰਨਾ ਕੁ ਜ਼ਰੂਰੀ ਸੀਗਾ? ਦੇਖੋ ਜੀ, ਐਜ਼ ਏ ਕੰਜ਼ਰਵੇਟਿਵ ਪਾਰਟੀ ਅਸੀਂ ਬਿਲੀਵ ਕਰਦੇ ਹਾਂ ਇਟਸ ਅ ਲਾਅ ਕਾਲਡ ਦ ਰਿਫਾਰਮ ਐਕਟ, ਵੀ ਜਿੱਥੇ ਮੈਂਬਰਸ ਨੇ, ਮੈਂਬਰਸ ਆਫ ਪਾਰਲੀਮੈਂਟ ਪਲੱਸ ਆਪਣੇ ਜਿੰਨੇ ਵੀ ਕੰਜ਼ਰਵੇਟਿਵ ਪਾਰਟੀ ਦੇ ਮੈਂਬਰ, ਕਾਰਡ ਹੋਲਡਿੰਗ ਮੈਂਬਰਸ ਨੇ, ਵੀ ਉਹਨਾਂ ਦੇ ਸੇ ਹੋਣੀ ਚਾਹੀਦੀ ਆ ਵੀ ਲੀਡਰ ਕੌਣ ਆ, ਜਾਂ ਈਵਨ ਐਜ਼ ਏ ਈਵਨ ਜੇ MP ਨੂੰ ਵੀ ਜੇ ਤੁਸੀਂ ਕਾਕਸ ਦੇ ਵਿੱਚੋਂ ਕੱਢਣਾ ਵਾ, ਵੀ MPs ਦੀ ਵਿੱਚ ਸਲਾਹ ਹੋਣੀ ਚਾਹੀਦੀ ਹੈ, ਨਾਟ ਜਸਟ ਦ ਲੀਡਰ। ਸੋ ਉਹ ਬੜਾ ਡੈਮੋਕ੍ਰੈਟਿਕ ਸਿਸਟਮ ਆ ਜੀ। ਉਹਦੇ ਵਿੱਚ ਇਹ ਰਿਹਾ ਵੀ ਕੁਛ MPs ਨੂੰ ਕਹਿੰਦਾ ਵੀ ਕਾਫੀ ਪ੍ਰੋਬਲਮ ਸੀਗੇ ਵੀ ਜਦੋਂ ਇਲੈਕਸ਼ਨ ਹਾਰੇ ਆ, ਉਸ ਦੇ ਵਿੱਚ ਕੁਛ ਪਾਲਿਸੀਜ਼ ਚੇਂਜਸ ਵਗੈਰਾ ਕੀਤੇ ਸੀਗੇ ਵੀ ਉਹ ਉਹਨਾਂ ਨੂੰ ਠੀਕ ਨਹੀਂ ਲੱਗੇ, ਵੀ ਆਪਾਂ ਫਿਊਚਰ ਦੇ ਵਿੱਚ ਉਹ ਨਹੀਂ ਰੱਖਣਾ। ਸੋ ਉਸ ਦੇ ਕਰਕੇ ਵੀ ਕਾਕਸ ਦੇ ਵਿੱਚ ਵੀ ਫਰਕ ਪੈਣ ਲੱਗ ਗਿਆ ਸੀ। ਠੀਕ। ਤੇ ਠੀਕ ਆ, ਪ੍ਰੋਸੈਸ ਦੇ ਥਰੂ ਇਲੈਕਸ਼ਨ ਰਿਵਿਊ ਹੋਇਆ, ਲੀਡਰਸ਼ਿਪ ਰਿਵਿਊ ਹੋਏ, ਤੇ ਦੀ ਐਂਡ ਰਿਜ਼ਲਟ ਵਾਜ਼ ਦੈਟ ਐਰਨ ਓਟੂਲ ਦੇ ਜਿਹੜੀ ਮੈਜੋਰਿਟੀ ਵੋਟ ਉਹਨਾਂ ਦੇ ਅਗੇਂਸਟ ਗਈ ਆ, ਤੇ ਹੁਣ ਨਵੇਂ ਲੀਡਰ ਚੁਣਾਂਗੇ। ਨਹੀਂ, ਵੈਸੇ ਤਾਂ ਬਹੁਤ ਚੰਗੀ ਗੱਲ ਹੈ ਕਿ ਪਾਰਟੀ ਦੇ ਵਿੱਚ ਇੰਟਰਨਲ ਡੈਮੋਕ੍ਰੇਸੀ ਆ, ਇਟਸ ਅ ਵੈਰੀ ਗੁੱਡ ਥਿੰਗ। ਐਬਸੋਲੂਟਲੀ। ਤੁਸੀਂ ਪਰਸਨਲੀ ਕਾਕਸ ਦੇ ਮੈਂਬਰ ਵੀ ਜੇ, ਔਰ ਐਰਨ ਓਟੂਲ ਜੀ ਦੇ ਨਾਲ ਤੁਹਾਨੂੰ ਪਰਸਨਲੀ ਕੰਮ ਕਰਨ ਦਾ ਮੌਕਾ ਵੀ ਮਿਲਿਆ। ਉਹਨਾਂ ਦੀ ਲੀਡਰਸ਼ਿਪ ਤੋਂ ਕਿੰਨੇ ਕੁ ਪ੍ਰਭਾਵਿਤ ਹੋਏ ਤੁਸੀਂ? ਦੇਖੋ ਜੀ, ਉਹ ਉਹਨਾਂ ਦੇ ਆਪ ਜਿਹੜੇ ਐਜ਼ ਐਨ ਇੰਡੀਵਿਜੂਅਲ, ਮੈਂ ਹੁਣ ਉਹਨਾਂ ਦੀ ਲੀਡਰਸ਼ਿਪ ਟੀਮ 'ਚ ਵੀ ਆ। ਸੋ ਐਵਰੀ ਮਾਰਨਿੰਗ ਅਸੀਂ ਇਕੱਠੇ ਹੋ ਕੇ ਵੀ ਵਰ ਵਰਕਿੰਗ ਥਿੰਗਸ ਆਊਟ, ਤੇ ਉਹਨਾਂ ਦਾ ਬੈਕਗਰਾਊਂਡ ਵਧੀਆ, ਲਾਈਕ ਇਜ਼ ਅ ਮਿਲੀਟਰੀ ਮੈਨ, ਫੈਮਿਲੀ ਗਾਏ, ਲਾਇਰ ਆ, ਬੜੇ ਕੁਆਲੀਫਾਈਡ ਨੇ। ਪਰ ਕਈ ਵਾਰੀ ਇਹੋ ਜਿਹੇ ਇਸ਼ੂਜ਼ ਆਉਂਦੇ ਨੇ, ਸਪੈਸ਼ਲੀ ਜਦੋਂ ਤੁਸੀਂ ਇਲੈਕਸ਼ਨ ਹਾਰਦੇ ਨਾ, ਇਲੈਕਸ਼ਨ ਜਦੋਂ ਤੁਸੀਂ ਹਾਰਦੇ ਹੋ ਤੁਹਾਡੇ ਇਕੱਲੇ ਚੀਜ਼ ਤੇ ਕੁਐਸਚਨ ਆਉਣ ਲੱਗ ਜਾਂਦਾ। ਜੇ ਤੁਸੀਂ ਜਿੱਤਦੇ ਆ ਫਿਰ ਸਭ ਕੁਝ ਠੀਕ ਆ। ਬਿਲਕੁਲ। ਮੈਂ ਅਗਲਾ ਸਵਾਲ ਇਸੇ ਗੱਲ ਤੇ ਪੁੱਛਣਾ ਸੀਗਾ। ਹਾਂਜੀ। ਕਿਉਂਕਿ ਐਂਡਰਿਊ ਸ਼ੀਰ ਜਿਹੜੇ ਸੀਗੇ ਪਹਿਲਾਂ ਸੀਗੇ ਲਗਭਗ 2 ਸਾਲ ਪਹਿਲਾਂ, ਹਾਂਜੀ, ਤੇ 18 ਕੁ ਮਹੀਨੇ ਜਿਹੜੇ ਆ ਹੁਣ ਐਰਨ ਓਟੂਲ ਜੀ ਰਹੇ ਨੇ ਐਜ਼ ਏ ਲੀਡਰ ਆਫ ਆਪੋਜੀਸ਼ਨ ਪਾਰਟੀ, ਜਾਂ ਤੁਸੀਂ ਪਾਰਟੀ ਦੇ ਲੀਡਰ ਕਹਿ ਲਓ। ਹਾਂਜੀ। ਉਸ ਤੋਂ ਪਹਿਲਾਂ ਹਾਰਪਰ ਜੀ ਸੀਗੇ 2015 ਦੇ ਵਿੱਚ। ਲਗਭਗ 6 ਸਾਲਾਂ ਦੇ ਵਿੱਚ ਪਾਰਟੀ ਦੀ ਲੀਡਰਸ਼ਿਪ ਵਿੱਚ 3 ਚੇਂਜਸ ਆਉਂਦੀਆਂ ਨੇ, ਤੇ ਹੁਣ ਆਪਾਂ ਚੌਥਾ ਲੀਡਰ ਚੁਣਨ ਲਈ ਤਿਆਰ ਬੈਠੇ ਹਾਂ। ਤੇ ਮੇਰਾ ਸਵਾਲ ਇਹ ਹੈ ਵੀ ਆਪਾਂ ਪਾਰਟੀ ਦੇ ਲੀਡਰਸ ਦੀ ਇੰਨੀ ਚੇਂਜਸ ਕਰ ਰਹੇ ਹਾਂ, ਕਿਤੇ ਜੇਕਰ ਆਪਾਂ ਕੋਰ ਪਾਲਿਸੀਜ਼ ਜਾਂ ਆਪਣੀ ਜਿਹੜੀ ਆਈਡੀਓਲੋਜੀ ਉਹਦੇ ਵਿੱਚ ਚੇਂਜਸ ਕਰਕੇ ਦੇਖ ਲਈ, ਕੋਈ ਮੇਜਰ ਫਰਕ ਆ ਜੇ? ਦੇਖੋ, ਕੁਛ ਤਾਂ ਐਰਨ ਨਹੀਂ
ਜਿਹੜੇ ਕਹ ਲਓ ਵੀ ਕੋਰ ਆਈਡੀਓਲੋਜੀਜ਼ ਥੋੜ੍ਹੇ ਜਿਹੇ ਮੂਵ ਕਰਨ ਦੀ ਕੋਸ਼ਿਸ਼ ਕੀਤੀ ਸੀ ਜੀ ਵੀ ਜਿਹੜੇ ਹੈ ਨਾ ਸੈਂਟਰਲ ਕੈਨੇਡਾ ਦੇ ਵਿੱਚ ਕੁਬੈਕ ਦੇ ਵਿੱਚ ਆਪਾਂ ਨੂੰ ਸਪੋਰਟ ਹੋਰ ਮਿਲ ਜਾਵੇ ਵੀ ਉਹ ਤੇ ਉੱਥੇ ਵਿੱਚ ਸਾਰੇ ਨਹੀਂ ਖੁਸ਼ ਸੀ ਜੀ ਪਰ ਜੇ ਉਹ ਸਟ੍ਰੈਟਜੀ ਦੇ ਨਾਲ ਇਲੈਕਸ਼ਨ ਜਿੱਤ ਜਾਂਦੇ ਫੇਰ ਲੱਗਣਾ ਸੀ ਵੀ ਬੜੇ ਵਧੀਆ ਲੀਡਰ ਨੇ ਵੀ ਉਹਨੇ ਇਲੈਕਸ਼ਨ ਜਿੱਤਾ ਸੀ ਨਾ ਸੋ ਇਹਦੇ ਵਿੱਚ ਇਦਾਂ ਗੱਲਾਂ 'ਚ ਫਰਕ ਤਾਂ ਪੈ ਜਾਂਦਾ ਐਂਡ ਐਟ ਦੀ ਐਂਡ ਆਫ ਦ ਡੇ ਪੋਲਿਟਿਕਸ ਇਟਸ ਅ ਬਲੱਡ ਸਪੋਰਟ ਡੈਫੀਨਿਟਲੀ ਤੇ ਇਸ ਵਿੱਚ ਇਹਨਾਂ ਨੂੰ ਭੁਗਤਣਾ ਪਿਆ ਬਟ we're united now we're together ਤੇ ਨਵਾਂ ਲੀਡਰ ਚੁਣ ਰਹੇ ਹਾਂ ਤੇ ਤੁਸੀਂ ਗੱਲ ਬਹੁਤ ਵਧੀਆ ਕਹੀ ਵੀ ਜਦੋਂ ਜਿੱਤ ਜਾਓ ਫਿਰ ਤਾਂ ਸਭ ਕੁਝ ਮਾਫ ਸਭ ਕੁਝ ਠੀਕ ਹੈ ਤੇ ਜਦੋਂ ਹਾਰ ਜਾਓ ਤੇ ਫਿਰ ਜਿਹੜਾ ਪਾਰਟੀ ਲੀਡਰ ਆ ਫਿਰ ਉਹਦੀ ਪੁੱਛਗਿੱਛ ਵੀ ਹੁੰਦੀ ਹੈ ਤੇ ਰਿਵਿਊ ਵੀ ਹੁੰਦਾ ਉਸ ਤੋਂ ਬਾਅਦ ਜੀ ਨਿਊਲੀ ਇਲੈਕਟਡ ਇੰਟਰਮ ਪਾਰਟੀ ਲੀਡਰ ਬਣੇ ਨੇ ਤੁਹਾਡੇ ਆਨਰੇਬਲ ਕੈਂਡਿਸ ਬਰਗਨ ਹਾਂਜੀ ਉਹਨਾਂ ਨੇ ਰੀਸੈਂਟਲੀ ਉਹਨਾਂ ਦੀ ਇੱਕ ਈਮੇਲ ਸੀਟੀਵੀ ਨੂੰ ਮਿਲੀ ਆ ਜਿਹਦੇ ਵਿੱਚ ਉਹਨਾਂ ਨੇ ਐਡਵਾਈਸ ਕੀਤਾ ਸੀਨੀਅਰ ਕੰਜ਼ਰਵੇਟਿਵ ਐਮਪੀਜ਼ ਨੂੰ ਕਿ ਭਾਈ ਜਿਹੜਾ ਉੱਥੇ ਟਰੱਕਿੰਗ ਕਨਵੋਏ ਹੈਗਾ ਵਾ ਉਹਨਾਂ ਦੇ ਮੈਂਬਰਸ ਨੂੰ ਤੁਸੀਂ ਕਹੋ ਵੀ ਭਾਈ ਵਾਪਸ ਨਹੀਂ ਜਾਣਾ ਆਪਾਂ ਰਲ ਮਿਲ ਕੇ ਜਿਹੜੇ ਪ੍ਰਾਈਮ ਮਿਨਿਸਟਰ ਟਰੂਡੋ ਹੈਗੇ ਉਹਨਾਂ ਦੀਆਂ ਮੁਸ਼ਕਲਾਂ ਦੇ ਵਿੱਚ ਇਜ਼ਾਫਾ ਕਰਨਾ ਸੋ ਉਹਦੇ ਬਾਰੇ ਕੀ ਜਵਾਬ ਦੇਣਾ ਉਹਨਾਂ ਨੇ ਇਹ ਕਿਹਾ ਸੀਗਾ ਵੀ ਆਪਾਂ ਨਾ ਕਹੀਏ ਵੀ ਤੁਸੀਂ ਜਾਓ ਵੀ ਇਹ ਜੌਬ ਹੈਗੀ ਆ ਗਵਰਨਮੈਂਟ ਦੀ ਜੀ ਵੀ ਜਸਟਿਨ ਟਰੂਡੋ ਦੀ ਵੀ ਜੇ ਆਪਾਂ ਪਹਿਲਾਂ ਇਹ ਕਹੀਏ ਵੀ ਓਕੇ ਵੀ ਜੇ ਉਹਨਾਂ ਨੇ ਕੋਈ ਮੁੱਦੇ ਲਿਆਂਦੇ ਆ ਕੋਈ ਜਸਟਿਨ ਟਰੂਡੋ ਨੇ ਕੋਈ ਸੁਣਿਆ ਵੀ ਆ ਰਾਈਟ ਉਹਨੇ ਕੋਈ ਐਕਸ਼ਨ ਲਿਆ ਵਾ ਔਰ ਐਟਲੀਸਟ ਇੰਨਾ ਉਹਨਾਂ ਨੂੰ ਫੀਲ ਹੋਵੇ ਵੀ ਹਾਂ ਵੀ ਅਸੀਂ ਕੋਈ ਜਿਹੜੇ ਜੋ ਵੀ ਅਸੀਂ ਕੋਈ ਗੱਲ ਕਰਨ ਆਏ ਸੀ ਅਸੀਂ ਗੱਲ ਕਰਕੇ ਹੁਣ ਅਸੀਂ ਚੱਲੇ ਆ ਘਰ ਨੂੰ ਰਾਈਟ ਵੀ ਉਹ ਐਕਸ਼ਨ ਸਾਰੇ ਗਵਰਨਮੈਂਟ ਨੂੰ ਲੈਣੇ ਚਾਹੀਦੇ ਆ ਨਾ ਕਿ ਆਪੋਜੀਸ਼ਨ ਡਿਸਾਈਡ ਕਰੇ ਵੀ ਭਾਈ ਤੁਸੀਂ ਹੁਣ ਜਾਓ ਦੈਟਸ ਵਾਟ ਸ਼ੀ ਵਾਸ ਟ੍ਰਾਈਂਗ ਟੂ ਕਲੀਅਰ ਅਪ ਐਂਡ ਆਈ ਥਿੰਕ ਇਟਸ ਟਰੂ ਵੀ ਜਿਹੜੇ ਉਹਨਾਂ ਨੇ ਕੋਈ ਇੰਨੇ ਜ਼ਿਆਦਾ ਲੋਕ ਆਏ ਹੋਏ ਆ ਦੇ ਸ਼ੁੱਡ ਫੀਲ ਵੀ ਸਾਡੀ ਕੋਈ ਗੱਲ ਠੀਕ ਆ ਤੁਸੀਂ ਅਗਰੀ ਨਹੀਂ ਕਰਦੇ ਦੈਟਸ ਫਾਈਨ ਜੀ ਦੈਟਸ ਯੋਰ ਡਿਸੀਜਨ ਪਰ ਐਟਲੀਸਟ ਇੰਨਾ ਤਾਂ ਸ਼ੋ ਕਰੋ ਵੀ ਹਾਂ ਵੀ ਅਸੀਂ ਜਿਹੜੀ ਤੁਹਾਡੀ ਗੱਲ ਅਸੀਂ ਸੁਣ ਰਹੇ ਹਾਂ ਤੇ ਹੁਣ ਗੱਲ ਕਰ ਲੈਂਦੇ ਆ ਵੀ ਜਿਹੜਾ ਟਰੱਕਿੰਗ ਫਰੀडम ਕਨਵੋਏ ਉੱਥੇ ਆਟੋਵਾ ਦੇ ਵਿੱਚ ਚੱਲ ਰਿਹਾ ਵਾ ਕੂਟ ਦੇ ਵਿੱਚ ਵੀ ਉਹਦੀਆਂ ਜਿਹੜੀਆਂ ਪਰੇਸ਼ਾਨੀਆਂ ਨਜ਼ਰ ਆ ਰਹੀਆਂ ਨੇ ਤੁਸੀਂ ਪਰਸਨਲੀ ਉੱਥੇ ਗਏ ਆਟੋਵਾ ਦੇ ਵਿੱਚ ਤੁਸੀਂ ਡੈਫੀਨੇਟਲੀ ਜਿਹੜੇ ਉੱਥੇ ਟਰੱਕਰਸ ਨੇ ਉਹਨਾਂ ਨਾਲ ਗੱਲਬਾਤ ਵੀ ਕੀਤੀ ਹੋਵੇਗੀ ਕਿਵੇਂ ਦੀਆਂ ਉੱਥੇ ਮੁਸ਼ਕਲਾਂ ਪੇਸ਼ ਆ ਰਹੀਆਂ ਨੇ ਔਰ ਤੁਹਾਡੀ ਪਾਰਟੀ ਤੇ ਤੁਸੀਂ ਇਹ ਜਿਹੜਾ ਵੈਕਸੀਨੇਸ਼ਨ ਨੂੰ ਲੈ ਕੇ ਜਾਂ ਜਿਹੜੀਆਂ ਹੈਲਥ ਮੇਜਰਸ ਦੀ ਸਟ੍ਰਿਕਨੈਸ ਨੂੰ ਲੈ ਕੇ ਗੱਲਾਂ ਬਾਤਾਂ ਚੱਲ ਰਹੀਆਂ ਤੁਹਾਡੀ ਪਾਰਟੀ ਦਾ ਤੁਹਾਡਾ ਕੀ ਸਟੈਂਡ ਹੈ ਇਹਦੇ ਉੱਪਰ ਦੇਖੋ ਜੀ ਪਹਿਲਾਂ ਤਾਂ ਵੀਕਐਂਡ ਤੇ ਜਦੋਂ ਸ਼ੁਰੂ ਹੋਇਆ ਕੌਨਵੋਏ ਕਾਫੀ ਵੱਡਾ ਪ੍ਰੋਟੈਸਟ ਹੋਇਆ ਤੇ ਉੱਥੇ ਕੁਝ ਆਪਾਂ ਰੇਸਿਸਟ ਫਲੈਗਸ ਵੀ ਹੋਏ ਆ ਗਲਤ ਗੱਲਾਂ ਹੋਈਆਂ ਨੇ ਉਸ ਚੀਜ਼ ਕਰਕੇ ਮੈਨੂੰ ਵੀ ਕਾਫੀ ਲੱਗਿਆ ਵੀ ਇਹ ਕੰਮ ਗਲਤ ਆ ਸੋ ਅ ਕਪਲ ਆਫ ਡੇਜ਼ ਲੇਟਰ ਮੈਂ ਆਪ ਖੁਦ ਉੱਥੇ ਜਿਹੜੇ ਟਰੱਕਰਸ ਨੇ ਉੱਥੇ ਜਾ ਕੇ ਮੈਂ ਗੱਲਬਾਤ ਕੀਤੀ ਆ ਵੀ ਤੁਹਾਡਾ ਪਹਿਲਾਂ ਇਸ ਚੀਜ਼ ਤੇ ਕੀ ਖਿਆਲ ਆ ਉਹ ਉਹਨਾਂ ਨੇ ਇਹ ਮੈਨੂੰ ਬੜੇ ਕਲੀਅਰਲੀ ਕਿਹਾ ਵੀ ਅਸੀਂ ਵੀ ਇਸ ਚੀਜ਼ ਤੋਂ ਗਲਤ ਵੀ ਇਹ ਗਲਤ ਗੱਲ ਆ ਵੀ ਠੀਕ ਆ ਓਪਨ ਪ੍ਰੋਟੈਸਟ ਸੀਗਾ ਕੁਝ ਗਲਤ ਬੰਦੇ ਆਏ ਆ ਪਰ ਅਸੀਂ ਵੀ ਕਹਿੰਦੇ ਆ ਵੀ ਇਹ ਚੀਜ਼ ਗਲਤ ਆ ਸੋ ਠੀਕ ਆ ਫਿਰ ਉਸ ਹਿਸਾਬ ਦੇ ਨਾਲ ਮੈਂ ਵੀ ਉਹਨਾਂ ਨਾਲ ਕੁਝ ਗੱਲ ਕੀਤੀ ਆ ਵਿਦ ਸਮ ਆਫ them ਵੀ ਕੀ ਇਸ਼ੂਜ਼ ਨੇ ਇਸ਼ੂਜ਼ ਇਹਨਾਂ ਦਾ ਇਹੀ ਆ ਵੀ ਠੀਕ ਆ ਵੀ ਜਿਵੇਂ ਹੁਣ ਮੈਂ ਮਾਈ ਪਾਰਟੀ ਅਸੀਂ ਸਾਰੇ ਬਿਲੀਵ ਕਰਦੇ ਹਾਂ ਵੀ ਵੈਕਸੀਨ ਲਵਾਓ ਜੀ ਇਨਫੈਕਟ ਆਹੀ ਸ਼ੋਅ ਤੇ ਅਸੀਂ ਵੀ ਇਹੀ ਪਹਿਲਾਂ ਇਹੀ ਕਹਿੰਦੇ ਸੀਗੇ ਵੀ ਹਲੇ ਤੱਕ ਕੈਨੇਡਾ 'ਚ ਵੈਕਸੀਨ ਕਾਹਤੋਂ ਨਹੀਂ ਆਈ ਬਿਲਕੁਲ ਰਾਈਟ ਉਦੋਂ ਅਸੀਂ ਕਹਿੰਦੇ ਸੀ ਵੀ ਵੈਕਸੀਨ ਆਉਣੀ ਚਾਹੀਦੀ ਆ ਆਪਾਂ ਲੇਟ ਆ ਦੂਜੇ ਕੰਟਰੀ ਨੂੰ ਲੇਟ ਆ ਸੋ ਵੈਕਸੀਨ ਆ ਗਈ ਅਸੀਂ ਕਹਿੰਦੇ ਵੀ ਤੁਸੀਂ ਲਵਾਓ ਪਰ ਠੀਕ ਆ ਆਪਣੇ ਕੰਟਰੀ ਦੇ ਵਿੱਚ ਕੁਝ ਲੋਕ ਹੈਗੇ ਜਿਹਨੇ ਨਹੀਂ ਲਵਾਉਂਦੇ ਉਹਨਾਂ ਦੇ ਲਈ ਵਿਊਜ਼ ਤਾਂ ਸੁਣਨੇ ਚਾਹੀਦੇ ਵੀ ਕਾਹਤੋਂ ਨਹੀਂ ਲਵਾ ਰਹੇ ਜਾਂ ਕੀ ਉਹਨਾਂ ਦੇ ਇਸ਼ੂਜ਼ ਨੇ ਔਰ ਈਵਨ ਔਨ ਓਪਨਿੰਗ ਅਪ ਹੁਣ ਹੋਰ ਕੰਟਰੀਜ਼ ਹੈਗੇ ਉਹ ਓਪਨ ਅਪ ਹੋ ਰਹੇ ਨੇ ਕਹਿੰਦੇ ਵੀ ਜਿਨ੍ਹਾਂ ਨੇ ਹੁਣ ਈਵਨ ਹੁਣ ਕੈਨੇਡਾ ਦੇ ਵਿੱਚ ਪਹਿਲਾਂ ਕਹਿੰਦੇ ਸੀ ਵੀ 65-70% ਲੱਗ ਜੂ ਵੈਕਸੀਨੇਸ਼ਨ ਲੱਗ ਜਾਵੇ ਦੈਨ ਵੀਰ ਗੁੱਡ ਫਿਰ ਕਹਿੰਦੇ 80 ਹੁਣ ਕਹਿੰਦੇ ਹੁਣ ਆਲਮੋਸਟ ਕਈ ਪ੍ਰੋਵਿੰਸਸ ਆਲਮੋਸਟ 90% ਲੱਗ ਗਈ ਹੋ ਗਿਆ ਬਿਲਕੁਲ ਦੋ ਫਰਸਟ ਡੋਜ਼ ਸੈਕੰਡ ਡੋਜ਼ ਥਰਡ ਡੋਜ਼ ਹੁਣ ਫੋਰਥ ਡੋਜ਼ ਦੀ ਗੱਲ ਕਰ ਰਹੇ ਨੇ ਈਵਨ ਆਲਰੇਡੀ ਕਈ ਦੇ ਲੱਗ ਰਹੇ ਨੇ ਫੋਰਥ ਡੋਜ਼ ਮੇਬੀ ਕਿਸੇ ਟਾਈਮ ਫਿਫਥ ਡੋਜ਼ ਵੀ ਹੋ ਸੋ ਆਪਾਂ ਨੂੰ ਸੋਚਣਾ ਪੈਣਾ ਵੀ ਵਾਟਸ ਦ ਪਾਥ ਫੋਰਵਰਡ ਵੀ ਬਾਰ-ਬਾਰ ਲੋਕਡਾਊਨ ਕਰੀ ਜਾਂਦੇ ਆ ਬਾਰ-ਬਾਰ ਲੋਕਾਂ ਦੇ ਬਿਜ਼ਨਸ ਬੰਦ ਕਰ ਰਹੇ ਆ ਲੋਕਾਂ ਦੇ ਇਹ ਲਾਈਵਲੀਹੁੱਡਸ ਨੇ ਵੀ ਇਹਦੇ ਕੋਈ ਨਾ ਕੋਈ ਸੋਲੂਸ਼ਨ ਤਾਂ ਹੋਣਾ ਚਾਹੀਦਾ ਰਾਈਟ ਸੋ ਅਸੀਂ ਦੈਟਸ ਵਾਟ ਵੀਰ ਐਡਵੋਕੇਟਿੰਗ ਫॉर ਵੀ ਠੀਕ ਆ ਗੈਟ ਯਰ ਵੈਕਸੀਨੇਸ਼ਨ ਰੂਲਸ ਫੋਲੋ ਕਰੋ ਪਰ ਆਪਾਂ ਨੂੰ ਕੋਈ ਪਾਥਵੇ ਹੋਣਾ ਚਾਹੀਦਾ ਉਹ ਵੀ ਉਹ ਲੋਕ ਹੀ ਕਹਿ ਰਹੇ ਆ ਤੇ ਠੀਕ ਆ ਮੈਂ ਹੁਣ ਸਾਰਿਆਂ ਨਾਲ ਨਹੀਂ ਜਿਹੜੇ ਪ੍ਰੋਟੈਸਟ ਨੇ ਉਹਨਾਂ ਨਾਲ ਅਗਰੀ ਨਹੀਂ ਕਰਦਾ ਪਰ ਇਹਨਾਂ ਜ਼ਰੂਰ ਕਹਿ ਸਕਦਾ ਵੀ ਠੀਕ ਆ ਵੀ ਮੈਂ ਉਹਨਾਂ ਦੀ ਗੱਲ ਸੁਣ ਗਿਆ ਸੀਗਾ ਐਂਡ ਔਨ ਸਮ ਆਫ ਦੋਜ਼ ਇਸ਼ੂਜ਼ ਹੁਣ ਉਹ ਤਾਂ ਇਹੀ ਟਰਾਈ ਕਰਦੇ ਆ ਵੀ ਜਿਹੜੇ ਸਾਡੀ ਜਿਵੇਂ ਮੈਂ ਆਪਣੇ ਟਰੱਕਿੰਗ ਦੇ ਮੇਰੀ ਜੌਬ ਆ ਤੇ ਟਰੱਕਿੰਗ ਦੇ ਥਰੂ ਮੈਂ ਆਪਣੀ ਫੈਮਿਲੀ ਨੂੰ ਪ੍ਰੋਵਾਈਡ ਕਰ ਰਿਹਾ ਤੇ ਇਸ ਰੂਲਸ ਕਰਕੇ ਮੈਂ ਨਹੀਂ ਪ੍ਰੋਵਾਈਡ ਕਰ ਸਕਦਾ ਉਹਨਾਂ ਦਾ ਇਸ ਬੇਸ ਤੇ ਪ੍ਰੋਟੈਸਟ ਕਰਨ ਦਾ ਬਣਦਾ ਹੱਕ ਬਣਦਾ ਹੀ ਆ ਐਜ਼ ਅ ਕੈਨੇਡੀਅਨ ਆ ਕੇ ਪ੍ਰੋਟੈਸਟ ਕਰੋ ਲੌਂਗ ਐਜ਼ ਯੂ ਡੂਇੰਗ ਇਟ ਪੀਸਫੁਲੀ ਸੋ ਉਹ ਗੱਲਾਂ ਦੇ ਵਿੱਚ ਮੈਂ ਜਿਵੇਂ ਉਹ ਗੱਲਾਂ ਉਹਨਾਂ ਤੋਂ ਸੁਣੀਆਂ ਨੇ ਜੀ ਤੇ ਉਪਲ ਸਾਹਿਬ ਜਿਵੇਂ ਆਪਾਂ ਨੂੰ ਪਤਾ ਵੀ ਜਦੋਂ ਟਰੱਕਰਸ ਦੀ ਇਦਾਂ ਦੀ ਕੋਈ ਸਟ੍ਰਾਈਕ ਹੋ ਜਾਂਦੀ ਆ ਬਲੌਕਡ ਹੋ ਜਾਂਦਾ ਇਹਦੇ ਨਾਲ ਫੂਡ ਚੇਨ ਸਪਲਾਈ ਤੇ ਕਾਫੀ ਬੈਡ ਅਸਰ ਹੋ ਜਾਂਦਾ ਮੈਡੀਸਨ ਜਿਹੜੀ ਸਪਲਾਈ ਆ ਉਹਦੇ ਉੱਪਰ ਵੀ ਅਸਰ ਪੈਂਦਾ ਵਾ
ਇਹ ਜਿਹੜਾ ਹੁਣ ਡੈਡਲੌਕ ਹੋ ਚੁੱਕਿਆ ਬਲੌਕੇਡ ਦੇ ਕਾਰਨ, ਇਸ ਡੈਡਲੌਕ ਨੂੰ ਰਿਜ਼ੋਲਵ ਕਰਨ ਦੇ ਲਈ ਤੁਸੀਂ ਕੀ ਸੋਚਦੇ ਵੀ ਕਿਹੜਾ ਬਿਹਤਰ ਤਰੀਕਾ ਵਾ, ਕਿਵੇਂ ਆਪੋਜੀਸ਼ਨ ਪਾਰਟੀ ਤੇ ਰੂਲਿੰਗ ਪਾਰਟੀ ਰਲ ਮਿਲ ਕੇ ਇਹਦਾ ਮਸਲਾ ਹੱਲ ਕਰ ਸਕਦੀ? ਦੇਖੋ ਅਸੀਂ ਤਾਂ ਇਹੀ ਪਹਿਲਾਂ ਕਹਿੰਦੇ ਆ ਵੀ ਕੁਛ ਜਿਹੜੀ ਉਹਨਾਂ ਦੀ ਗੱਲਾਂ ਦੀ ਸੁਣ ਤਾਂ ਲਓ, ਠੀਕ ਆ, ਅਗਰੀ ਨਹੀਂ ਕਰਦੇ, ਪਰ ਸੁਣਨ ਨਾਲੋਂ ਪਹਿਲਾਂ ਕੀ ਜਸਟਿਨ ਟਰੂਡੋ ਕੀ ਕਰਦਾ, ਉਹਨਾਂ ਨੂੰ ਇਨਸਲਟ ਕਰ ਰਿਹਾ, ਰਾਈਟ। ਉਹਨਾਂ ਨੂੰ ਜਿਹੜੇ ਕੁਝ ਵਿੱਚੋਂ ਗਲਤ ਜਾਣੇ ਆ ਉਹ ਕਹਿ ਰਹੇ ਵੀ ਤੁਸੀਂ ਸਾਰੇ ਉਹੋ ਜਿਹੇ ਹੋ, ਰਾਈਟ। ਹੁਣ ਜਸਟਿਨ ਟਰੂਡੋ ਨੇ ਆਪ ਬਲੈਕ ਫੇਸ ਵਾਲੇ ਉਹ ਕੀਤਾ ਸੀਗਾ, ਬਹੁਤ ਰੇਸਿਸਟ ਚੀਜ਼ ਆ ਜੀ। ਹੋਰ ਜਦੋਂ ਕੋਈ ਮਰਜ਼ੀ ਹੁੰਦਾ ਸਾਰਿਆਂ ਨੂੰ ਕਹਿਣਾ ਸੀ ਵੀ ਸਭ ਤੋਂ ਰੇਸਿਸਟ ਗੱਲ ਹੈ, ਇਹਨੇ ਇੱਕ ਵਾਰੀ ਨਹੀਂ ਕਈ ਵਾਰੀ ਕੀਤਾ ਵਾ, ਆਪ ਮੰਨਦਾ ਵੀ ਰੇਸਿਸਟ ਆ, ਪਰ ਆਪਾਂ ਸਾਰਿਆਂ ਨੂੰ ਲਿਬਰਲ ਨੂੰ ਤਾਂ ਨਹੀਂ ਕਹਿੰਦੇ ਵੀ ਤੁਸੀਂ ਸਾਰੇ ਰੇਸਿਸਟ ਆ। ਬੈਡ ਐਪਲਸ ਆਰ ਐਵਰੀਵੇਅਰ, ਹਾਂ, ਵੀ ਵਿੱਚ ਕੁਝ ਹੁੰਦੇ ਆ, ਰਾਈਟ। ਜਸਟਿਨ ਟਰੂਡੋ ਨੇ ਕੀਤਾ ਗਲਤ ਗੱਲ ਆ, ਪਰ ਉਹ ਆਪਾਂ ਨਹੀਂ ਕਹਿੰਦੇ ਵੀ ਸਾਰੇ ਇਹੋ ਜਿਹੇ ਆ ਜੀ। ਉਹੀ ਗੱਲ ਉਹਨਾਂ ਚਾਹ ਵੀ ਠੀਕ ਆ, ਕੁਛ ਲੋਕਾਂ ਨੇ ਗਲਤ ਕੀਤਾ ਉਹਨਾਂ ਨੂੰ ਗਲਤ ਕਹੋ, ਜਿੱਥੇ ਗਲਤ ਆ ਗਲਤ ਕਹਿਣਾ ਚਾਹੀਦਾ, ਪਰ ਦੂਜੇ ਦੀ ਥੋੜੀ ਗੱਲ ਸੁਣ ਲਓ। ਇਹ ਜਿਹੜੇ ਇਸ਼ੂ ਆ ਰਿਜ਼ੋਲਵ ਕਰਨ ਵਾਲੇ ਪੈਂਦਾ, ਕਈ ਵਾਰੀ ਡਿਪਲੋਮੈਟਿਕਲੀ ਤੁਹਾਨੂੰ ਕਰਨਾ ਪੈਂਦਾ, ਨਾ ਕਿ ਤੁਸੀਂ ਹਰੇਕ ਚੀਜ਼ ਨੂੰ ਥੋੜੀ ਵੋਟਾਂ ਲੈਣ ਦੀ ਟਰਾਈ ਕਰੋ। ਉਹ ਕੋਸ਼ਿਸ਼ ਕਰ ਰਹੇ ਨੇ ਵੋਟਾਂ ਦੀ ਗੱਲ 'ਚ। ਜੇ ਆਪਾਂ ਸਪਲਾਈ ਚੇਨ ਦੀ ਗੱਲ ਕਰਦੇ ਹਾਂ, ਠੀਕ ਆ, ਆਲਰੇਡੀ ਸਪਲਾਈ ਚੇਨ 'ਚ ਪ੍ਰੋਬਲਮ, ਬਿਲਕੁਲ। ਟਰੱਕਰਸ ਦੇ ਅੱਗੇ ਕਾਫੀ ਸ਼ੋਰਟੇਜ ਨੇ, ਉੱਤੋਂ ਦੇ ਤੁਸੀਂ ਰੂਲਸ ਇਹੋ ਜਿਹੇ ਪਾ ਦਿੰਦੇ ਹੋ ਵੀ ਜਿਹੜੇ ਕੁਛ ਟਰੱਕਰ ਫਿਰ ਹੁਣ ਆਪਦਾ ਕੰਮ ਵੀ ਨਹੀਂ ਕਰ ਸਕਦੇ। ਸੋ ਦੈਟ ਇਜ਼ ਗੋਇੰਗ ਟੂ ਸਪਲਾਈ ਚੇਨ ਪ੍ਰੋਬਲਮ ਵਿੱਚ ਕੀ ਹੁੰਦਾ, ਹਰੇਕ ਚੀਜ਼ ਦੇ ਕਾਸਟ ਵੱਧ ਜਾਂਦੀ ਆ, ਬਿਲਕੁਲ। ਕਾਸਟ ਵੱਧ ਕੇ ਆਪਾਂ ਨੂੰ ਐਜ਼ ਏ ਕੰਜ਼ਿਊਮਰ ਇੰਡੀਵਿਜੂਅਲਸ ਨੂੰ, ਤੁਹਾਡੇ ਵਿਊਅਰਸ ਨੂੰ ਹਰੇਕ ਚੀਜ਼ ਮਹਿੰਗੀ ਪੈਣੀ ਆ, ਡੈਫੀਨੇਟਲੀ। ਤੇ ਇਸ ਨਾਲ ਰਿਲੇਟਡ ਅਗਲੀ ਖਬਰ ਵੀ ਆ ਜੀ ਕਿ ਜਿਹੜਾ ਇਹ ਟਰੱਕਿੰਗ ਕਨਵੋਏ ਆ, ਤੁਹਾਡੇ ਇੱਕ ਕਾਕਸ ਮੈਂਬਰ ਨੇ ਡੈਨਿਸ ਪੈਟਰਸਨ, ਹਾਂਜੀ, ਉਹ ਕਾਕਸ ਦੀ ਮੈਂਬਰਸ਼ਿਪ ਤੋਂ ਰਿਜ਼ਾਈਨ ਕਰ ਗਏ ਨੇ ਔਰ ਉਹਨਾਂ ਨੇ ਜਾ ਕੇ ਕੈਨੇਡੀਅਨ ਸੈਨੇਟਰ ਗਰੁੱਪ ਜਿਹੜਾ ਵਾ ਜੁਆਇਨ ਕਰ ਲਿਆ। ਤੇ ਉਹਨਾਂ ਨੇ ਬਿਆਨ ਦਿੱਤਾ ਵਾ ਕਿ ਇਹ ਜਿਹੜਾ ਕਨਵੋਏ ਹੈਗਾ ਇਟਸ ਇਲੀਗਲ, ਇਟਸ ਔਨ ਦੀ ਬੇਸਿਸ ਆਫ ਡੈਮੋਕ੍ਰੈਟਿਕ ਪ੍ਰਿੰਸੀਪਲ ਤੇ ਬੇਸ ਤੇ ਨਹੀਂ ਹੈਗਾ ਇਹ, ਔਰ ਮੈਂ ਜਿਹੜੀ ਪਾਰਟੀ ਨੂੰ ਬਿਲੋਂਗ ਕਰਦਾ ਸੀ, ਜਿਹੜੇ ਕਾਕਸ ਨੂੰ ਬਿਲੋਂਗ ਕਰਦਾ ਸੀਗਾ, ਉਹ ਹੁਣ ਗੱਲਬਾਤ ਰਹਿ ਨਹੀਂ ਗਈ। ਕੀ ਕਹਿਣਾ ਚਾਹੋਗੇ? ਦੇਖੋ ਜੀ, ਵੀ ਹੈਵ ਅ ਵੈਰੀ ਓਪਨ ਕਾਕਸ, ਕਈ ਡਿਫਰੈਂਟ ਵਿਊਜ਼ ਨੇ, ਹਰੇਕ ਇਸ਼ੂਜ਼ ਦੇ ਡਿਫਰੈਂਟ ਵਿਊਜ਼ ਆ ਜੀ। ਸੋ ਠੀਕ ਆ, ਉਹਨਾਂ ਦੇ ਇਹ ਫੀਲਿੰਗ ਰਹੀ, ਉਹ ਸੈਨੇਟਰ ਨੇ, ਇਲੈਕਟਡ ਨਹੀਂ ਗਏ ਸੀਗੇ, ਸੈਨੇਟਰ ਆ, ਤੇ ਉਹਨਾਂ ਨੇ ਫੀਲ ਕੀਤਾ ਵੀ ਇਸ ਚੀਜ਼ ਤੇ ਵੀ ਮੈਂ ਬਲੀਵ ਨਹੀਂ ਕਰਦਾ ਵੀ ਉਹਨਾਂ ਨੂੰ, ਬਿਕਾਜ਼ ਆਈ ਥਿੰਕ ਇਟਸ ਇੰਪੋਰਟੈਂਟ ਵੀ ਹਰੇਕ ਆਰਗੇਨਾਈਜੇਸ਼ਨ ਦੇ ਵਿੱਚ ਡਿਫਰੈਂਟ ਵਿਊਜ਼ ਹੋ ਸਕਦੇ ਆ, ਹੋਣੇ ਚਾਹੀਦੇ ਆ, ਰਾਈਟ, ਹੋਣੇ ਚਾਹੀਦੇ ਆ। ਤੇ ਉਹ ਜੇ ਤੁਹਾਡੇ ਡਿਫਰੈਂਟ ਵਿਊਜ਼ ਆ, ਫਿਰ ਵੀ ਤੁਸੀਂ ਸਾਰੇ ਕੈਨੇਡੀਅਨਸ ਵੀ ਡਿਫਰੈਂਟ ਵਿਊਜ਼ ਨੇ, ਫਿਰ ਹੀ ਤੁਸੀਂ ਉਹਨਾਂ ਨੂੰ ਰਿਪਰੈਜ਼ੈਂਟ ਕਰ ਸਕਦੇ ਹੋ, ਠੀਕ ਆ। ਇਟਸ ਅਨਫੋਰਚੂਨੇਟ ਵੀ ਉਹ ਆਪਦੇ ਡਿਫਰੈਂਟ ਵਿਊਜ਼ ਦੇ ਨਾਲ ਵਿੱਚ ਐਜ਼ ਏ ਟੀਮ ਦੇ ਵਿੱਚ ਆਰਗਿਊ ਕਰ ਸਕਦੇ ਸੀ, ਪਰ ਚਲੋ ਉਹਨਾਂ ਨੇ ਡਿਸਾਈਡ ਕੀਤਾ ਵੀ ਮੈਂ ਜਮਾ ਹੀ ਪਾਸੇ ਹੀ ਹੋ ਜਾਵਾਂ। ਪਰ ਆਈ ਵੁੱਡ ਰੈਦਰ ਸੀ ਵੀ ਉਹ ਕਾਕਸ ਮੀਟਿੰਗ ਦੇ ਵਿੱਚ ਆ ਕੇ ਆਪਦੀ ਆਰਗਿਊ ਕਰ ਸਕਦੇ ਸੀ, ਵਿਚਾਰ ਰੱਖ ਸਕਦੇ ਸੀ। ਦੈਟ ਵੁੱਡ ਹੈਵ ਬੀਨ ਅ ਬੈਟਰ ਵੇ। ਤੇ ਉੱਪਰ ਸਾਹਿਬ ਹੁਣ ਬ੍ਰੇਕ ਲੈ ਲੈਣਾ ਜੀ, ਬ੍ਰੇਕ ਦਾ ਸਮਾਂ ਹੋ ਗਿਆ, ਮੁੱਦੇ ਕੁਝ ਅਹਿਮ ਹੋਰ ਵੀ ਨੇ, ਉਸ ਬ੍ਰੇਕ ਤੋਂ ਬਾਅਦ ਗੱਲ ਕਰਾਂਗੇ। ਤੁਸੀਂ ਕਿਤੇ ਜਾਣਾ ਜੀ, ਦੇਖਦੇ ਰਹਿਣਾ ਪ੍ਰੋਗਰਾਮ ਬਿਯੋਂਡ ਦੀ ਹੈਡਲਾਈਨਸ, ਜਲਦ ਹਾਜ਼ਰ ਹੋਣੇ ਆ। ਪ੍ਰੋਗਰਾਮ ਬਿਯੋਂਡ ਦੀ ਹੈਡਲਾਈਨਸ ਸੁਰਖੀਆਂ ਦੇ ਆਰ-ਪਾਰ ਵਿੱਚ ਆਪ ਜੀ ਦਾ ਸਵਾਗਤ ਹੈ ਜੀ, ਔਰ ਸਾਡੀ ਗੱਲਬਾਤ ਚੱਲ ਰਹੀ ਹੈ ਜੀ ਮੈਂਬਰ ਪਾਰਲੀਮੈਂਟ ਸਰਦਾਰ ਟਿਮ ਉੱਪਲ ਜੀ ਦੇ ਨਾਲ। ਭਾਜੀ ਮੁੜ ਜੀ ਆਇਆਂ ਨੂੰ। ਥੈਂਕ ਯੂ ਜੀ। ਜਿਹੜੇ ਮਸਲੇ ਨਾਲ ਆਪਾਂ ਸੰਬੰਧਿਤ ਗੱਲਬਾਤ ਕੀਤੀ ਆ, ਉਸੇ ਨਾਲ ਹੀ ਅੱਗੇ ਕੈਰੀ ਫਾਰਵਰਡ ਕਰਦੇ ਹਾਂ ਜੀ। ਗੋ ਫੰਡ ਮੀ ਇੱਕ ਆਰਗੇਨਾਈਜੇਸ਼ਨ ਆ, ਜਿਹਦੇ ਤਹਿਤ ਇਹ ਜਿਹੜੇ ਟਰੱਕਰਸ ਦਾ ਕਨਵੋਏ ਚੱਲ ਰਿਹਾ ਵਾ, ਉਹਦੇ ਲਈ 10.1 ਮਿਲੀਅਨ ਦੇ ਕਰੀਬ ਜਿਹੜੀ ਆ ਫੰਡ ਰੇਸ ਕੀਤਾ ਗਿਆ ਸੀਗਾ। ਹਾਂਜੀ, ਪਰ ਬਾਅਦ ਵਿੱਚ ਜਿਹੜੀ ਇਹ ਆਰਗੇਨਾਈਜੇਸ਼ਨ ਹੈ, ਇਹਨੇ ਕਿਹਾ ਵੀ ਨਹੀਂ, ਇਹ ਜਿਹੜਾ ਫੰਡ ਆ ਇਹ ਗਲਤ ਕੰਮ ਲਈ ਯੂਜ਼ ਕੀਤਾ ਜਾ ਸਕਦਾ ਵਾ, ਇੱਥੇ ਵਾਇਲੈਂਸ ਹੋਈ ਆ, ਅਨਲੌਫੁਲ ਐਕਟੀਵਿਟੀਜ਼ ਹੋਈਆਂ ਨੇ, ਤੇ ਉਹਨਾਂ ਨੇ ਬਾਅਦ ਵਿੱਚ ਇਹਨੂੰ ਫ੍ਰੀਜ਼ ਕਰਤਾ। ਔਰ ਕੱਲ ਉਹਨਾਂ ਦੀ ਇੱਕ ਨਵੀਂ ਸਟੇਟਮੈਂਟ ਆ ਗਈ ਵੀ ਹੁਣ ਜਿਹੜਾ ਇਹ ਫੰਡ ਸੀਗਾ, ਇਹ ਵਾਪਸ ਜਿਹੜੇ ਡੋਨਰ ਸੀਗੇ ਉਹਨਾਂ ਨੂੰ ਰਿਫੰਡ ਕਰ ਦਿੱਤਾ ਜਾਵੇਗਾ। ਹਾਂਜੀ, ਇਸ ਬਾਰੇ ਕੀ ਕਹੋਗੇ? ਦੇਖੋ ਜੀ, ਇਟਸ ਉਹ ਜਿਹੜੇ ਗੋ ਫੰਡ ਮੀ, ਉਹਨਾਂ ਦੇ ਜਿਹੜੇ ਰੂਲਸ ਨੇ ਜਾਂ ਰੈਗੂਲੇਸ਼ਨਸ ਨੇ, ਠੀਕ ਆ, ਉਹ ਫੋਲੋ ਕੀਤੇ ਜਾਓ। ਪਹਿਲਾਂ ਆਈ ਵਾਸ ਵੈਰੀ ਕੰਸਰਨਡ, ਜਦੋਂ ਪਹਿਲਾਂ ਕਹਿੰਦੇ ਸੀਗੇ ਵੀ ਅਸੀਂ ਹੋਰ ਚੈਰਿਟੀਜ਼ ਨੂੰ ਵੰਡ ਦੇਵਾਂਗੇ, ਵਿਚ ਵੁੱਡ ਬੀ ਰੋਂਗ, ਬਿਕਾਜ਼ ਜਿਹੜੇ ਲੋਕਾਂ ਨੇ ਦਿੱਤੇ ਆ ਉਹਨਾਂ ਨੇ ਕੁਝ ਰੀਜ਼ਨ ਲਈ ਦਿੱਤੇ ਆ, ਇੱਕ ਪਰਪਸ ਲਈ ਦਿੱਤੇ ਆ। ਤੇ ਠੀਕ ਆ, ਜੇ ਉਹ ਗੋ ਫੰਡ ਮੀ ਆਰਗੇਨਾਈਜੇਸ਼ਨ ਨੂੰ ਲੱਗਦਾ ਵੀ ਇਹ ਉਹ ਪਰਪਸ ਲਈ ਨਹੀਂ ਸਹੀ, ਜੋ ਪਰਪਸ ਗਲਤ ਹੋ ਗਿਆ, ਠੀਕ ਆ, ਲੋਕਾਂ ਨੂੰ ਇੰਡੀਵਿਜੂਅਲੀ ਰਿਫੰਡ ਕਰ ਦਿਓ, ਐਂਡ ਦੈਟਸ ਫਾਈਨ। ਉਹ ਹੋਰ ਤਰੀਕੇ ਦੇ ਨਾਲ ਉਹਨਾਂ ਨੂੰ ਡੋਨੇਟ ਕਰਦੇ ਆ, ਉਹ ਡਾਇਰੈਕਟਲੀ ਜਾ ਕੇ ਦਿੰਦੇ ਆ, ਜੋ ਹੋਰ ਕੋਈ, ਦੈਟਸ ਟੋਟਲੀ ਅਪ ਟੂ ਦੈਮ, ਪਰ ਐਟ ਲੀਸਟ ਉਹ ਲੋਕਾਂ ਨੂੰ ਬੈਕ ਫੰਡਿੰਗ ਉਹਨਾਂ ਨੂੰ ਬੈਕ ਚਲੀ ਜਾਵੇ, ਦੈਟਸ ਫਾਈਨ। ਠੀਕ ਹੈ ਜੀ। ਤੇ ਅਗਲਾ ਕੁਐਸਚਨ ਜਿਹੜਾ ਵਾ ਜੀ, ਇੱਕ ਨਾ ਫੇਸਬੁੱਕ ਤੇ ਤੁਸੀਂ ਪੋਸਟ ਪਾਈ ਸੀਗੀ, ਫੈਬਰਰੀ ਇਜ਼ ਦ ਬਲੈਕ ਹਿਸਟਰੀ ਮੰਥ ਇਨ ਕੈਨੇਡਾ। ਦੈਟਸ ਰਾਈਟ। ਸੋ ਨੋ ਡਾਊਟ ਜਿੰਨੀਆਂ ਵੀ ਇਮੀਗ੍ਰੈਂਟ ਕਮਿਊਨਿਟੀਜ਼ ਨੇ ਕੈਨੇਡਾ ਦੇ ਵਿੱਚ, ਹਰੇਕ ਦਾ ਆਪੋ ਆਪਣੇ ਲੈਵਲ ਤੇ ਕੰਟਰੀਬਿਊਸ਼ਨ ਹੈਗਾ ਕੈਨੇਡਾ ਦੀ ਡਿਵੈਲਪਮੈਂਟ ਦੇ ਵਿੱਚ, ਗਰੋਥ ਦੇ ਵਿੱਚ, ਪ੍ਰੋਗਰੈਸ ਦੇ ਵਿੱਚ। ਹਾਂਜੀ, ਇਸ ਬਾਰੇ ਗੱਲਬਾਤ ਜਦੋਂ ਕਰਦੇ ਹਾਂ ਆਪਾਂ, ਤੇ ਇੱਕ ਸ਼ਖਸੀਅਤ ਆ, ਉਹਨਾਂ ਦਾ ਨਾਮ ਹੈਗਾ ਜੀ ਲਿੰਕਨ ਅਲੈਗਜ਼ੈਂਡਰ। ਹਾਂਜੀ, ਉਹਨਾਂ ਦਾ ਜ਼ਿਕਰ ਕਰਨਾ ਬਹੁਤ ਜ਼ਰੂਰੀ ਆ। ਹੀ ਵਾਸ ਦੀ ਫਸਟ ਕੈਨੇਡੀਅਨ ਮੈਂਬਰ ਆਫ ਪਾਰਲੀਮੈਂਟ, ਫਸਟ
ਫੈਡਰਲ ਮਿਨਿਸਟਰ ਬਣੇ ਸੀ ਔਰ ਫਸਟ ਲੈਫਟੀਨੈਂਟ ਗਵਰਨਰ ਆਫ ਅੰਟਾਰੀਓ ਵੀ ਬਣੇ ਸੀ। ਹਾਂਜੀ। ਸੋ ਤੁਹਾਡੀ ਕੀ ਪ੍ਰਤੀਕਿਰਿਆ ਵਾ ਔਰ ਕਿਵੇਂ ਸਾਨੂੰ ਇੱਕ ਦੂਜੇ ਦੇ ਨਾਲ ਜਿਹੜੀ ਕੀ ਕਹਿੰਦੇ ਹੁੰਦੇ ਵੀ ਪਿਆਰ ਮੁਹੱਬਤ ਵਧਾਉਣੀ ਚਾਹੀਦੀ ਹੈ? ਤੇ ਇੱਕ ਹੋਰ ਵੀ ਗੱਲ, ਉਹ ਕੰਜ਼ਰਵੇਟਿਵ ਸੀਗੇ। ਅੱਛਾ ਜੀ, ਕੀ ਬਾਤ ਹੈ, ਕੀ ਬਾਤ ਹੈ। ਨਹੀਂ, ਐਬਸੋਲੂਟਲੀ, ਆਈ ਮੀਨ ਆਪਣੇ ਕੈਨੇਡੀਅਨ ਹਿਸਟਰੀ ਦੇ ਵਿੱਚ ਬਹੁਤ ਤਰ੍ਹਾਂ ਦੇ ਕਹ ਲਓ ਵੀ ਇਹ ਜਿਹੇ ਇੰਡੀਵਿਜੂਅਲਸ ਨੇ ਵੀ ਜਿਨ੍ਹਾਂ ਨੇ ਹਿਸਟਰੀ ਬਣਾਈ ਆ, ਐਂਡ ਕਮਿੰਗ ਫਰਮ ਸੋ ਮੈਨੀ ਡਿਫਰੈਂਟ ਕਲਚਰਸ ਤੇ ਬੈਕਗਰਾਉਂਡਸ ਦੇ ਤੇ ਆਪਾਂ ਨੂੰ ਉਸ ਚੀਜ਼ ਨੂੰ ਸੈਲੀਬ੍ਰੇਟ ਕਰਨਾ ਚਾਹੀਦਾ ਜੀ। ਉਸੇ ਲਰਨ ਕਰਨਾ ਚਾਹੀਦਾ ਵੀ ਆਪਣੀ ਹਿਸਟਰੀ ਕਿੰਨੀ ਰਿਚ ਹੈ ਐਜ਼ ਅ ਕੈਨੇਡੀਅਨ, ਤੇ ਉੱਦਾਂ ਵੀ ਆਪਾਂ ਕਿੰਨੇ ਜਿਵੇਂ ਇੱਕ ਦੂਜੇ ਨਾਲ ਜਿਹੜੀ ਆਪਣੀ ਬੈਕਗਰਾਉਂਡ ਆ ਬਹੁਤ ਰਲਦੀ ਆ, ਐਂਡ ਦੇਰਸ ਮੈਨੀ ਇਸ਼ੂਜ਼ that we ਆਪਾਂ ਅਗਰੀ ਵੀ ਕਰ ਸਕਦੇ ਏਸ਼ੀਅਨ ਅਫਰੀਕਨ ਕੰਟਰੀਜ਼ ਦੇ ਬਿਲਕੁਲ। ਹਾਂਜੀ, ਤੇ ਫਿਰ ਕਈ ਵਾਰੀ ਹੁਣ ਇਸ਼ੂਜ਼ ਇਹੋ ਜਿਹੇ ਹੁੰਦੇ ਵੀ ਆਪਾਂ ਐਜ਼ ਅ ਕੈਨੇਡੀਅਨਸ ਡਿਵਾਈਡਡ ਹੁੰਦੇ ਆ, ਪਰ ਇਹੋ ਜਿਹੇ ਬਹੁਤ ਜ਼ਿਆਦਾ ਇਸ਼ੂਜ਼ ਨੇ ਵੀ ਜਿਹਦਾ ਆਪਾਂ ਇਕੱਠੇ ਵੀ ਹੋ ਸਕਦੇ ਆ। ਸੋ ਆਪਾਂ ਹਿਸਟਰੀ ਆਪਦੇ ਪੜ੍ਹਾਂਗੇ, ਫਿਰ ਆਪਾਂ ਉਹ ਇਸ਼ੂਜ਼ ਵੀ ਦੇਖ ਸਕਦੇ ਆ ਵੀ ਜਿੱਥੇ ਆਪਾਂ ਇਕੱਠੇ ਜ਼ਿਆਦਾ ਹੋ ਸਕਦੇ ਆ, ਐਂਡ ਦੈਟਸ ਇੰਪੋਰਟੈਂਟ। ਸੈਲੀਬ੍ਰੇਟ ਕਰਨਾ ਚਾਹੀਦਾ, ਐਂਡ ਸਾਨੂੰ ਸਾਰਿਆਂ ਨੂੰ ਮੈਨੂੰ ਲੱਗਦਾ ਵੀ ਰਲ ਮਿਲ ਕੇ ਸੈਲੀਬ੍ਰੇਟ ਕਰਨੇ ਚਾਹੀਦੇ ਆ, ਭਾਵੇਂ ਉਹ ਸਿੱਖ ਹੈਰੀਟੇਜ ਮੰਥ ਹੋਵੇ, ਬਲੈਕਸ ਦਾ ਹੋਵੇ, ਮੁਸਲਿਮਸ ਦਾ ਹੋਵੇ, ਇੰਡੀਜੀਨਸ ਦਾ ਹੋਵੇ, ਸਾਰਿਆਂ ਦੇ ਰਲ ਮਿਲ ਕੇ ਸਾਨੂੰ ਮਨਾਉਣੇ ਚਾਹੀਦੇ ਨੇ। ਅਗਲੀ ਖਬਰ ਹੈਗੀ ਆ ਜੀ, ਸਟੈਟਿਸਟਿਕ ਕੈਨੇਡਾ ਦੀ ਰਿਪੋਰਟ ਆਈ ਸੀਗੀ ਔਰ ਉਹਦੇ ਵਿੱਚ ਕੰਜ਼ਿਊਮਰ ਪ੍ਰਾਈਸ ਇੰਡੈਕਸ ਦੇ ਅਕੋਰਡਿੰਗਲੀ 4.8 ਜਿਹੜੀ ਆ ਉਹ ਇਨਫਲੇਸ਼ਨ ਵਧੀ ਹੈ। ਔਰ ਇਹ ਜਿਹੜੀ ਆ ਪਿਛਲੇ 30 ਸਾਲਾਂ ਦੇ ਵਿੱਚ ਸਭ ਤੋਂ ਵੱਧ, 1991 ਤੋਂ ਬਾਅਦ ਮੈਨੂੰ ਲੱਗਦਾ ਵੀ ਸਭ ਤੋਂ ਵੱਧ ਹੋਈ ਆ। ਔਰ ਗਰੋਸਰੀ ਪ੍ਰਾਈਸਿਸ ਦੇ ਵਿੱਚ ਖਾਸ ਕਰਕੇ 5.7% ਗਰੋਥ ਜਿਹੜੀ ਹੈ, ਇਨਕਰੀਜ਼ ਜਿਹੜੀ ਆ ਹੋਈ ਆ। ਸੋ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਵੀ ਕਿਵੇਂ ਸਰਕਾਰ ਨੂੰ ਹੈਂਡਲ ਕਰਨਾ ਚਾਹੀਦਾ? ਦੇਖੋ ਜੀ, ਅਸੀਂ ਤਾਂ ਕਾਫੀ ਟਾਈਮ ਤੋਂ ਗਵਰਨਮੈਂਟ ਨੂੰ ਪੁਸ਼ ਕਰ ਰਹੇ ਹਾਂ ਵੀ ਜਿਹੜੀ ਇਨਫਲੇਸ਼ਨ ਆ ਉਸ ਨੂੰ ਤੁਸੀਂ ਮੈਨੇਜ ਪ੍ਰੋਪਰਲੀ ਕਰੋ। ਈਵਨ ਜਦੋਂ ਸ਼ੁਰੂ ਦੇ ਵਿੱਚ ਜਦੋਂ ਨਾ ਪੈਸੇ ਨਾ ਜ਼ਿਆਦਾ ਖਰਚ, ਸੋ ਇਨਫਲੇਸ਼ਨ ਉਦੋਂ ਹੁੰਦਾ ਵੀ ਜਦੋਂ ਗਵਰਨਮੈਂਟ ਖਰਚਾ ਜ਼ਿਆਦਾ ਕਰਦੇ ਜੀ, ਦੇਰਸ ਟੂ ਮਚ ਮਨੀ ਇਨ ਦੀ ਇਕਨੋਮੀ, ਤੇ ਉਸ ਨਾਲ ਇਨਫਲੇਸ਼ਨ ਵੱਧ ਜਾਂਦਾ। ਇਨਫਲੇਸ਼ਨ ਨੂੰ ਮੈਨੇਜ ਕਿਵੇਂ ਕਰ ਸਕਦੇ ਹੋ ਤੁਸੀਂ? ਆਪਦੇ ਜ਼ਿਆਦਾ ਸਪੈਂਡਿੰਗ ਕੰਟਰੋਲ ਕਰ ਸਕਦੇ ਹੋ ਜੀ। ਪਲੱਸ ਸੋ ਜਿਹੜੇ ਇੰਟਰਸਟ ਰੇਟ ਵਧਾ ਸਕਦੇ ਆ, ਰਾਈਟ। ਸੋ ਇਹਨਾਂ ਨੇ ਹੁਣ ਕੀ ਹੋਣਾ ਵੀ ਆਲਰੇਡੀ ਅਨਾਉਂਸ ਹੋ ਗਿਆ ਬੈਂਕ ਆਫ ਕੈਨੇਡਾ ਵੱਲੋਂ ਵੀ ਇਹਨਾਂ ਨੇ ਇੰਟਰਸਟ ਰੇਟ ਵਧਾਉਣਗੇ। ਸੋ ਆਲਰੇਡੀ ਗਰੋਸਰੀਜ਼ ਵਧੀਆਂ ਹੋਈਆਂ, ਗੈਸ ਵਧੇ ਹੋਏ ਆ, ਬਿਲਕੁਲ। ਕਾਰਬਨ ਟੈਕਸ ਹੋਰ April 1 ਨੂੰ ਕਾਰਬਨ ਟੈਕਸ ਵੱਧ ਜਾਣਾ, ਤੁਹਾਡੀ ਹੀਟਿੰਗ ਕਾਸਟ ਵੱਧ ਜਾਣੀ ਆ, ਹਰੇਕ ਚੀਜ਼ ਕਾਰਬਨ ਟੈਕਸ ਤੇ ਵੱਧ ਜਾਣੀ ਆ, ਗੈਸਲੀਨ ਤੇ ਵੀ। ਸੋ ਸਾਰਾ ਕੁਝ ਵੱਧ ਰਿਹਾ, ਉੱਤੋਂ ਦੀ ਮੋਰਗੇਜ ਰੇਟ ਵਧਣਗੇ ਬਿਕਾਜ਼ ਇੰਟਰਸਟ ਰੇਟ ਵੱਧ ਰਿਹਾ। ਉਹ ਸਾਰਾ ਪ੍ਰੈਸ਼ਰ ਇੱਕ ਬੋਝ ਕਰੋ ਵੀ ਆਪਣੇ ਕੈਨੇਡੀਅਨਸ ਤੇ ਜਾ ਰਿਹਾ, ਇਕਨੋਮੀ ਤੇ ਪੈ ਰਿਹਾ, which is going to hurt us. They should have managed it better. ਉਦੋਂ ਦੇ ਅਸੀਂ ਇਹੀ ਕਹਿ ਰਹੇ ਹਾਂ ਵੀ ਤੁਸੀਂ ਆਪਦੇ ਜਿਹੜੇ ਸਪੈਂਡਿੰਗ ਆ ਕੰਟਰੋਲ 'ਚ ਰੱਖੋ ਐਂਡ ਸਪੈਂਡ ਜਿੱਥੇ ਤੁਹਾਨੂੰ ਲੋੜ ਆ, ਰਾਈਟ। ਦੀ ਅਨਫੋਰਚੂਨੇਟ ਥਿੰਗ ਇਜ਼ ਵੀ ਠੀਕ ਆ, ਬਿਲੀਅਨਸ ਆਫ ਡਾਲਰ ਆਲਰੇਡੀ ਖਰਚਦਾ, ਪਰ ਜਦੋਂ ਪੈਂਡੈਮਿਕ ਸ਼ੁਰੂ ਹੋਇਆ ਸੀ ਉਦੋਂ ਆਪਾਂ ਗੱਲ ਕਰਦੇ ਸੀ ਵੀ ਹਸਪੀਟਲ ਕਪੈਸਿਟੀ ਹੋਣੀ ਚਾਹੀਦੀ ਆ, ਰੈਪਿਡ ਟੈਸਟਿੰਗ ਹੋਣੇ ਚਾਹੀਦੇ ਨੇ, PPE ਹੋਣਾ ਚਾਹੀਦਾ, ਇਹ ਚੀਜ਼ਾਂ ਚਾਹੀਦੀਆਂ ਹੋਣੀਆਂ ਚਾਹੀਦੀਆਂ। ਹੁਣ 2 ਸਾਲ ਲੰਘ ਕੇ ਹੱਲੇ ਵੀ ਆਪਾਂ ਉਹੀ ਗੱਲਾਂ ਕਰੀ ਜਾਂਦੇ ਆ ਵੀ ਹਸਪੀਟਲ ਕਪੈਸਿਟੀ ਹੋਣੀ ਚਾਹੀਦੀ ਆ, ਰੈਪਿਡ ਟੈਸਟ ਮਿਲਣੇ ਚਾਹੀਦੇ ਆ। ਸੋ ਜਿੱਥੇ ਪੈਸੇ ਖਰਚਣੇ ਚਾਹੀਦੇ ਸੀ ਉੱਥੇ ਖਰਚੇ ਨਹੀਂ ਗਏ। ਇਹਨਾਂ ਨੇ ਪੈਸੇ ਉਸ ਜਗ੍ਹਾ ਤੇ ਜ਼ਿਆਦਾ ਖਰਚੇ ਆ ਵੀ ਜਿੱਥੇ ਲੋਕਡਾਊਨਸ ਨੂੰ ਪ੍ਰਮੋਟ ਕਰ ਰਹੇ ਨੇ। ਸੋ ਜਦੋਂ ਵੀ ਹੁਣ ਕੋਈ ਪ੍ਰੋਬਲਮ ਪੈਂਦੀ ਆ, ਓਮਿਕਰੋਨ ਆਇਆ ਜਾਂ ਉਸ ਤੋਂ ਪਹਿਲਾਂ ਡੈਲਟਾ ਵੇਰੀਐਂਟ ਆਇਆ, ਲੋਕਡਾਊਨ ਫਿਰ ਹੋਣ ਲੱਗ ਜਾਂਦੇ ਨੇ ਬਿਕਾਜ਼ ਇਹਨਾਂ ਨੇ ਸਿਸਟਮ ਹੀ ਇਸ ਹਿਸਾਬ ਨਾਲ ਸੈਟਅਪ ਕੀਤਾ ਵੀ ਲੋਕਡਾਊਨ ਛੇਤੀ ਹੋਣ ਲੱਗ ਜਾਂਦੇ। ਦੇ ਸ਼ੁੱਡ ਬੀ ਸੈਟਿੰਗ ਅਪ ਵੀ ਉਸ ਨੂੰ ਪ੍ਰੀਵੈਂਟ ਕਿਵੇਂ ਕਰ ਸਕਦੇ ਹਾਂ। ਜੇ ਹਸਪੀਟਲ ਕਪੈਸਿਟੀ ਹੋਵੇ, ਵੈਕਸੀਨੇਸ਼ਨਸ ਲੱਗੀਆਂ ਹੋਣ, ਫਿਰ ਆਪਾਂ ਇਕਨੋਮੀ ਖੁੱਲੀ ਰੱਖ ਸਕਦੇ ਹਾਂ ਜੀ। ਹੁਣ ਦੂਜੀਆਂ ਕੰਟਰੀਆਂ ਆਲਰੇਡੀ ਬਹੁਤ ਸਾਰੇ ਕੰਟਰੀਜ਼ ਨੇ ਯੂਰਪ ਦੇ ਵਿੱਚ ਵੀ ਜਿਹੜੇ ਆਪਦੇ ਹੁਣ ਕੰਟਰੀ ਖੋਲ੍ਹਣ ਲੱਗੇ, ਲੋਕਡਾਊਨ ਬੰਦ ਕਰਤੇ। ਇੰਗਲੈਂਡ ਨੇ ਖੋਲ੍ਹਤਾ ਜੀ, ਇੰਗਲੈਂਡ ਨੇ ਖੋਲ੍ਹਤਾ ਜੀ। ਵੀ ਸ਼ੁੱਡ ਬੀ ਟੇਕਿੰਗ ਦੋਸ ਸਟੈਪਸ। ਆਪਾਂ ਨੂੰ ਵੀ ਹੁਣ ਪਲਾਨ ਹੋਣਾ ਚਾਹੀਦਾ ਵੀ ਹਾਊ ਵੀ ਗੋਇੰਗ ਟੂ ਗੈਟ ਆਊਟ ਆਫ ਦਿਸ ਜੀ। ਔਰ ਜਦੋਂ ਆਪਾਂ ਇਨਫਲੇਸ਼ਨ ਦੀ ਗੱਲ ਕਰਦੇ ਹਾਂ ਭਾਜੀ, ਨੈਚੁਰਲੀ ਜਿਹੜੀ ਕਰੰਸੀ ਦੀ ਵੈਲਿਊ ਘਟਦੀ ਹੈ ਔਰ ਜਿਹੜੀਆਂ ਗੁੱਡਸ ਐਂਡ ਸਰਵਿਸਿਜ਼ ਹੁੰਦੀਆਂ ਨੇ ਉਹ ਮਹਿੰਗੀਆਂ ਹੋ ਜਾਂਦੀਆਂ ਨੇ। ਔਰ ਤੁਹਾਡੀ ਪਾਰਟੀ ਨੇ ਇਸ ਇਨਫਲੇਸ਼ਨ ਨੂੰ ਇੱਕ ਟਰਮ ਯੂਜ਼ ਕੀਤੀ ਹੈ, ਜਸਟ ਇਨਫਲੇਸ਼ਨ। ਸੋ ਉਹਦਾ ਕੀ ਤਾਤਪਰ ਹੈ, ਕੀ ਮਤਲਬ ਕੀ ਹੈ ਉਹਦਾ? ਦੇਖੋ ਜੀ, ਉਹ ਹਰੇਕ ਵਾਰੀ ਇਹੀ ਕਹਿੰਦੇ ਸੀ ਵੀ ਜਸਟ ਇਨਫਲੇਸ਼ਨ, ਵੀ ਉਹ ਹਰੇਕ ਕੰਟਰੀ 'ਚ ਹੋ ਰਹੀ ਹੈ ਜਸਟ ਇਨਫਲੇਸ਼ਨ। ਤੇ ਉਹ ਜਸਟ ਇਨਫਲੇਸ਼ਨ, ਜਸਟਿਨ ਟਰੂਡੋ ਦੀ ਇਨਫਲੇਸ਼ਨ, ਜਸਟ ਇਨਫਲੇਸ਼ਨ ਕਰਤੀ ਵੀ ਉਹ ਹੈ ਇਹਨਾਂ ਦੀ ਬਣਾਈ ਹੋਈ, ਬਿਕਾਜ਼ ਆਫ ਜਸਟਿਨ ਟਰੂਡੋ। ਇਟ ਇਜ਼ ਬਿਕਾਜ਼ ਆਫ ਜਸਟਿਨ ਟਰੂਡੋ। ਠੀਕ ਆ, ਹੋਰ ਕੰਟਰੀ 'ਚ ਵੀ ਆਈ ਹੈ, ਆਈ ਐਮ ਨਾਟ ਸੇਇੰਗ ਇਟ ਡਿਡਨਟ ਹੈਪਨ, ਬਟ ਇਨ ਦਿਸ ਕੰਟਰੀ ਆਪਣੀ ਦੂਜੇ ਕੰਟਰੀ ਨਾਲੋਂ ਜ਼ਿਆਦਾ ਆ। ਔਨ ਟਾਪ ਆਫ ਦੈਟ ਵੀ ਹੈਵ ਅ ਹਾਊਸਿੰਗ ਕ੍ਰਾਈਸਿਸ ਜੀ। ਜਿੱਥੇ ਹੁਣ ਕੋਈ ਨਿਊ ਹੋਮ ਬਾਇਰ ਹੋਵੇ ਉਹਨਾਂ ਨੂੰ ਘਰ ਲੈਣਾ ਬਹੁਤ ਔਖਾ,
especially Toronto, Vancouver area, but even ਹੁਣ ਉਹਨਾਂ ਕਰਕੇ even ਆਪਣੇ Edmonton, Calgary, Winnipeg, right, Ottawa, ਹੋਰ ਸ਼ਹਿਰਾਂ ਦੇ ਵਿੱਚ ਵੀ ਕਾਫੀ ਔਖਾ ਹੋ ਰਿਹਾ। Calgary is very hot market right now. It's very hot market. I understand ਜਿਨ੍ਹਾਂ ਕੋਲ ਘਰ ਹੈਗਾ ਉਹਨਾਂ ਲਈ ਵਧੀਆ ਲੱਗਦਾ ਵੀ ਸਾਡੇ ਘਰ ਦੀਆਂ ਪ੍ਰਾਈਸਾਂ ਵੱਧ ਗਈਆਂ ਜੀ, but that also reduces the number of people that can buy। ਤੇ Definitely. ਜਿਹੜੇ ਆਪਾਂ ਦੇਖੀਏ ਵੀ younger families ਉਹਨਾਂ ਨੂੰ ਬਾਈ ਕਰਨਾ ਬਹੁਤ ਔਖਾ ਵਾ। so as an economy actually it's not good। so ਉਸ ਚੀਜ਼ ਤੇ ਵੀ ਅਸੀਂ ਕਾਫੀ ਹਾਊਸ ਕਾਮਨਸ ਦੇ ਵਿੱਚ almost every day push ਕਰਦੇ ਹਾਂ on inflation but also on housing policy। ਵੀ ਇਹਨਾਂ ਨੂੰ ਹਾਊਸਿੰਗ ਪਾਲਿਸੀ ਹੋਰ ਚੇਂਜ ਕਰਨੀ ਚਾਹੀਦੀ ਬਿਕਾਜ਼ ਇਹਨਾਂ ਦੇ ਹੁਣ ਸੋਲੂਸ਼ਨ ਇਹੀ ਆ ਵੀ ਮੋਰਗੇਜ ਰੇਟ ਨੂੰ ਚੇਂਜ ਕਰ ਦਿਓ ਵੀ ਉਹ ਵਧਾ ਦਿਓ ਜਾਂ ਉਹਨਾਂ ਨੂੰ ਕੁਆਲੀਫਾਈ ਕਰਨਾ ਔਖਾ ਕਰ ਦਿਓ ਉਹ ਲੋਕਾਂ ਤੇ ਹੀ ਪ੍ਰੈਸ਼ਰ ਪੈ ਰਿਹਾ। It actually isn't really solving the problem. It is in some way it does because demand ਘਟ ਰਿਹਾ but it doesn't help them get into a better home, into a home। there's other ways we can look at ਜਿਹੜੇ foreign buyers ਨੇ ਉਹਨਾਂ ਨੂੰ ਆਪਾਂ ਕੰਟਰੋਲ ਕਰ ਸਕਦੇ ਹਾਂ, ਰਿਸਟ੍ਰਿਕਟ ਕਰ ਸਕਦੇ ਹਾਂ because that's in some ways it's a form of money laundering। ਬਿਲਕੁਲ। ਫਿਰ ਇਹ ਵੀ ਆ ਵੀ ਆਪਾਂ ਜਿੱਥੇ ਕੁਝ ਲੈਂਡ ਆ ਲੈਂਡ ਨੂੰ ਰਿਲੀਜ਼ ਕਰਵਾ ਸਕਦੇ ਹਾਂ। ਫੈਡਰਲ ਲੈਂਡ ਵੀ ਹੈਗੀ ਆ ਉਹ ਵੀ ਰਿਲੀਜ਼ ਕਰਾਈਏ ਵੀ ਜਿਹੜੇ ਆਪਾਂ ਸਪਲਾਈ ਵਧਾ ਲਈਏ ਜੀ, ਉਸ ਦੇ ਨਾਲ ਕੁਝ ਪ੍ਰੈਸ਼ਰ ਲੈ ਜਾਊਗਾ। ਸੋ there's many solutions but unfortunately ਨਹੀਂ ਸੁਣ ਰਹੇ। ਉਪਲ ਸਾਹਿਬ ਆਸ ਕਰਦੇ ਹਾਂ ਕਿ ਜਿਹੜੀ ਆਪੋਜੀਸ਼ਨ ਪਾਰਟੀ ਦੀ ਰੂਲਿੰਗ ਪਾਰਟੀ ਜਿੰਨੇ ਵੀ ਆਪਣੇ ਕੈਨੇਡੀਅਨ ਮਸਲੇ ਫੇਸ ਕਰ ਰਹੇ ਨੇ ਉਹਨਾਂ ਦਾ ਰਲ ਮਿਲ ਕੇ ਸਮਾਧਾਨ ਕੱਢਣ। ਤੁਸੀਂ ਓਟਵਾ ਤੋਂ ਜਦੋਂ ਵੀ ਆਉਂਦੇ ਜੇ ਵਿਸ਼ੇਸ਼ ਸਮਾਂ ਕੱਢਦੇ ਸਾਡੇ ਸਟੂਡੀਓ ਵਿੱਚ ਆਉਂਦੇ ਜੇ ਔਰ ਦਰਸ਼ਕਾਂ ਨਾਲ ਵੱਖ ਮੁੱਦਿਆਂ ਉੱਪਰ ਵਿਚਾਰ ਚਰਚਾ ਕਰਦੇ ਜੇ। ਬਹੁਤ ਬਹੁਤ ਧੰਨਵਾਦ ਆ ਤੁਹਾਡਾ। ਜਾਣ ਤੋਂ ਪਹਿਲਾਂ ਦਰਸ਼ਕਾਂ ਨੂੰ ਕੋਈ ਸੁਨੇਹਾ ਦੇਣਾ ਚਾਹੋ ਤੁਸੀਂ ਦੇ ਸਕਦੇ ਜੀ। ਨਹੀਂ ਦੇਖੋ ਜੀ all I would like to say is first of all thank you। ਤੁਸੀਂ ਵੀ ਆਪਣਾ ਵੀ ਜਦੋਂ ਵੀ ਟਾਈਮ ਕੱਢਦੇ ਹੋ give me an opportunity ਤੇ as individual ਜਿੰਨੇ ਵੀ ਤੁਸੀਂ viewers ਨੇ ਜੇ ਤੁਹਾਨੂੰ ਵੀ ਕੋਈ ਤੁਸੀਂ ਮੈਲਬੌਰਨ ਚ ਰਹਿੰਦੇ ਆ you have any problem any concerns federal level ਦੇ please ਸਾਡੇ ਆਫਿਸ ਨਾਲ get in touch come to the office ਤੇ ਅਸੀਂ ਤੁਹਾਡੀ ਹੈਲਪ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਜੀ। ਉਪਲ ਸਾਹਿਬ ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ। ਥੈਂਕ ਯੂ ਵੈਰੀ ਮਚ ਜੀ, ਸਤਿ ਸ਼੍ਰੀ ਅਕਾਲ ਜੀ। ਸੋ ਇਹ ਸਨ ਜੀ ਮੈਂਬਰ ਪਾਰਲੀਮੈਂਟ ਸਰਦਾਰ ਟਿਮ ਸਿੰਘ ਉੱਪਲ। ਆਸ ਕਰਦੇ ਹਾਂ ਕਿ ਵੱਖ-ਵੱਖ ਮੁੱਦਿਆਂ ਉੱਪਰ ਜਿਹੜੀ ਗੱਲਬਾਤ ਕੀਤੀ ਆ ਤੁਹਾਨੂੰ ਪਸੰਦ ਆਵੇਗੀ। ਆਉਣ ਵਾਲੇ ਐਪੀਸੋਡ ਵਿੱਚ ਕੁਝ ਹੋਰ ਸ਼ਖਸੀਅਤਾਂ ਨਾਲ ਤੁਹਾਨੂੰ ਮਿਲਾਵਾਂਗੇ ਜੀ। ਤਦ ਤੱਕ ਮਨਜੀਤ ਸਿੰਘ ਫਿਰਮਾਨ ਨੂੰ ਦਿਓ ਇਜਾਜ਼ਤ ਤੇ ਤੁਸੀਂ ਦੇਖਦੇ ਰਹਿਣਾ ਪੰਜਾਬੀ ਨੈਸ਼ਨਲ ਟੈਲੀਵਿਜ਼ਨ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ। ਧੰਨਵਾਦ।